ਸਤਿ ਸ਼੍ਰੀ ਅਕਾਲ ਜੀ। ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਇਹ ਖਬਰਾਂ ਸਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲ ਚਾਲ। ਟੈਣਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਰ, ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਗਈ ਹੈ ਜੀ। ਬਿਲਕੁਲ ਜੀ, ਦੀਪ ਸਿੱਧੂ ਦੀ ਪਹਿਲੀ ਬਰਸੀ ਮਨਾਈ ਗਈ ਹੈ। ਦੀਪ ਸਿੱਧੂ ਬਾਰੇ ਆਪਾਂ ਸਾਰੇ ਜਾਣਦੇ ਹਾਂ। ਕਿਸਾਨ ਅੰਦੋਲਨ ਦੇ ਵਿੱਚ ਉਹਦਾ ਯੋਗਦਾਨ ਸੀ, ਚੰਗਾ ਅਦਾਕਾਰ ਸੀ, ਅੰਗਰੇਜ਼ੀ ਬੋਲਣ ਦਾ ਵੱਲ ਸੀ, ਵੱਖ ਵੱਖ ਮੁੱਦਿਆਂ ਦੇ ਉੱਤੇ ਬੇਬਾਕ ਤਰੀਕੇ ਦੇ ਨਾਲ ਆਪਣੀ ਗੱਲ ਰੱਖਦਾ ਸੀ। ਕੋਈ ਸਹਿਮਤ ਕੋਈ ਅਸਹਿਮਤ ਹੋਵੇ, ਪਰ ਜਿਸ ਤਰੀਕੇ ਦੇ ਨਾਲ ਉਹਦੀ ਮੌਤ ਹੋਈ ਸੀ 1 ਸਾਲ ਪਹਿਲਾਂ, ਤੇ ਉਹਨੇ ਸਭ ਨੂੰ ਝੰਜੋੜ ਕੇ ਰੱਖਤਾ ਸੀ। ਤੇ ਦੀਪ ਸਿੱਧੂ ਦੀ ਕੱਲ ਪਹਿਲੀ ਬਰਸੀ ਜਗਰਾਉਂ ਦੇ ਵਿੱਚ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਵਿੱਚ ਮਨਾਈ ਗਈ ਹੈ। ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਹਾਜ਼ਰ ਹੋਈ ਹੈ। ਇੱਥੇ ਉਹ ਵੀ ਗੱਡੀ ਲੈ ਕੇ ਆਏ ਸੀਗੇ ਜਿਹੜੀ ਗੱਡੀ ਦੇ ਵਿੱਚ ਉਹਦਾ ਹਾਦਸਾ ਵਾਪਰਿਆ ਸੀ, ਜਿਹੜੀ ਸਕਾਰਪੀਓ ਨੂੰ ਚਲਾ ਰਿਹਾ ਸੀ ਜਦੋਂ ਹਾਦਸਾਗ੍ਰਸਤ ਹੋਈ ਹੈ, ਉਹ ਗੱਡੀ ਵੀ ਲੈ ਕੇ ਆਏ ਸੀ। ਇੱਥੇ ਸਿਮਰਨਜੀਤ ਮਾਨ ਇੱਥੇ ਪਹੁੰਚੇ ਸੀ, ਅੰਮ੍ਰਿਤਪਾਲ ਸਿੰਘ ਹੋਰੀ ਇੱਥੇ ਪਹੁੰਚੇ ਜੀ, ਬਲਕੌਰ ਸਿੰਘ ਹੋਰੀ ਇੱਥੇ, ਤਰਸੇਮ ਸਿੰਘ ਮੋਰਾਂ ਵਾਲੀ ਤੇ ਹੋਰ ਵੀ ਕਈ ਜਿਹੜੀਆਂ ਉਹ ਹਸਤੀਆਂ ਇੱਥੇ ਪਹੁੰਚੀਆਂ ਸੀ। ਇੱਥੇ ਕੱਲ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਗੱਲ ਕਹੀ ਹੈ ਕਿ ਇਹ ਹਾਦਸਾ ਨਹੀਂ ਸੀਗਾ, ਇਹ ਤਾਂ ਸਾਜ਼ਿਸ਼ ਦੇ ਤਹਿਤ ਮਾਰ ਦਿੱਤਾ ਗਿਆ, ਕਤਲ ਕਰਵਾਇਆ ਗਿਆ। ਉਹਨਾਂ ਨੇ ਗੱਲ ਕਹੀ ਹੈ ਵੀ ਜਿਹੜੀ ਰੀਨਾ ਰਾਏ ਵਾਲੀ ਥਿਊਰੀ ਆ ਕਿ ਭਾਈ ਮੈਂ ਸੌਂ ਗਈ ਸੀ, ਇਹ ਗੱਡੀ ਹਾਦਸਾਗ੍ਰਸਤ ਹੋ ਗਈ ਕਿਉਂਕਿ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਜਾ ਰਹੀ ਸੀ। ਤੇ ਇਹ ਅੰਮ੍ਰਿਤਪਾਲ ਸਿੰਘ ਨੇ ਕਿਹਾ ਜੀ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹਨਾਂ ਨੂੰ ਅਸੀਂ ਸਮਝ ਨਹੀਂ ਸਕਦੇ। ਹਕੂਮਤਾਂ ਦੇ ਵੱਲੋਂ ਬਹੁਤ ਕੁਝ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਹਾਦਸੇ ਬਣਾ ਦਿੱਤਾ ਜਾਂਦਾ। ਉਹਨਾਂ ਨੇ ਕਿਹਾ ਜੀ ਕਿ ਇਹ ਇੱਕ ਕਤਲ ਸੀ, ਇਹ ਇੱਕ ਸਾਜ਼ਿਸ਼ ਸੀ ਤੇ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਵਾਪਰਿਆ। ਫਿਰ ਸਿਮਰਨਜੀਤ ਮਾਨ ਹੋਰਾਂ ਨੇ ਕਿਹਾ ਜੀ ਕਿ ਜੇਕਰ ਦੀਪ ਸਿੱਧੂ ਦੀ ਮੌਤ ਦੀ ਪੜਤਾਲ ਦੇ ਲਈ ਭਾਰਤ ਸਰਕਾਰ ਦਾ ਸਹਿਯੋਗ ਨਾ ਮਿਲਿਆ ਤਾਂ ਅਸੀਂ ਯੂਐਨਓ ਤੱਕ ਜਾਵਾਂਗੇ। ਫਿਰ ਬਲਕੌਰ ਸਿੰਘ ਨੇ ਗੱਲ ਕਹੀ ਹੈ ਕਿ ਮੈਂ ਵੀ ਆਪਦਾ ਪੁੱਤ ਗਵਾਇਆ ਪਿਛਲੇ ਸਾਲ, ਦੀਪ ਸਿੱਧੂ ਵੀ ਗਿਆ ਪਿਛਲੇ ਸਾਲ। ਉਹਨਾਂ ਨੇ ਗੱਲ ਕਹੀ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਜੇਕਰ ਕੋਈ ਹਕੂਮਤ ਦੇ ਖਿਲਾਫ ਬੋਲੂਗਾ ਤੇ ਜਾਂ ਤਾਂ ਉਹਦੇ ਗੋਲੀਆਂ ਮਰਵਾ ਦਿੱਤੀਆਂ ਜਾਂਦੀਆਂ ਤੇ ਜਾਂ ਉਹਦਾ ਹਾਦਸਾ ਕਰਵਾ ਦਿੱਤਾ ਜਾਂਦਾ। ਉਹਨਾਂ ਨੇ ਗੱਲ ਕਹੀ ਹੈ ਵੀ ਦੀਪ ਸਿੱਧੂ ਵਰਗੇ ਨੌਜਵਾਨ ਆ ਜਿਹੜੇ, ਉਹਨਾਂ ਦਾ ਕਸੂਰ ਕੋਈ ਨਹੀਂ ਗਾ, ਸਿਰਫ ਕਸੂਰ ਇੱਕੋ ਹੀ ਹੈ ਜੀ ਕਿ ਉਹ ਸੱਚ ਬੋਲਦੇ ਆ, ਉਹ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਆ। ਉਹਨਾਂ ਨੇ ਕਿਹਾ ਜੀ ਕਿ ਮੇਰੇ ਪੁੱਤ ਦੀ ਵੀ ਅਗਲੇ ਮਹੀਨੇ ਬਰਸੀ ਹੈਗੀ ਆ, ਇਵੇਂ ਹੀ ਮੈਂ ਥਾਰ ਗੱਡੀ ਆ ਜਿਹੜੀ ਉਹ ਤਿਆਰ ਕੀਤੀ ਹੈ, ਜਿਹੜੀ ਕਿ ਗੋਲੀਆਂ ਨਾਲ ਵਿੰਨ ਦਿੱਤੀ ਸੀਗੀ, ਤੇ ਮੈਂ ਉਹਨੂੰ ਲੈ ਕੇ ਤੇ ਪੰਜਾਬ ਦੇ ਵਿੱਚ ਗੇੜਾ ਕੱਢੂੰਗਾ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਕਈ ਲੋਕ ਕਹਿ ਦਿੰਦੇ ਵੀ ਭਾਈ ਇਹ ਤਾਂ ਪ੍ਰਚਾਰ ਕਰਦੇ ਫਿਰਦੇ, ਤਾਂ ਐਂ ਕਰਦੇ ਫਿਰਦੇ ਆ। ਮੈਂ ਮਰ ਚੁੱਕਿਆ, ਉਹ ਕਹਿੰਦਾ ਜੀ 29 ਮਈ ਤੋਂ ਜਿਸ ਦਿਨ ਮੇਰਾ ਪੁੱਤ ਗਿਆ ਮੈਂ ਤਾਂ ਆਪ ਮਰ ਗਿਆ ਤੇ ਮੈਂ ਤਾਂ ਇੱਕ ਲਾਸ਼ ਤੁਰੀ ਫਿਰਦੀ ਹਾਂ ਜਿਉਂਦੀ ਜਾਗਦੀ। ਗੈਂਗਸਟਰ ਕਹਿੰਦੇ ਤੁਹਾਨੂੰ ਮਾਰ ਦੇਣਾ, ਜਦੋਂ ਮਰਜ਼ੀ ਮਾਰ ਦੇਣ ਉਹ, ਪਰ ਮੈਂ ਤਾਂ ਆਪਦੇ ਪੁੱਤ ਦੇ ਲਈ ਇਨਸਾਫ ਮੰਗਦਾ। ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਹੋ ਜਿਹੀ ਹੈ। ਇੱਕ ਪਾਸੇ ਕਹਿ ਦਿੰਦੇ ਵੀ ਭਾਈ ਸਭ ਕੁਝ ਠੀਕ ਆ, ਦੂਜੇ ਪਾਸੇ ਮੁੱਖ ਮੰਤਰੀ ਦੀ ਵਹੁਟੀ ਨੂੰ 40 ਗਨਮੈਨ ਮਿਲਦੇ ਆ ਤੇ ਨਾਲ ਜੈਮਰ ਵਾਲੀਆਂ ਗੱਡੀਆਂ ਮਿਲਦੀਆਂ, ਤੇ ਇਹ ਸਾਰੀਆਂ ਗੱਲਾਂ ਹੋਈਆਂ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਸੰਗਤ ਕੱਲ ਵੱਡੀ ਗਿਣਤੀ 'ਚ ਆਈ ਸੀ। ਦੀਪ ਸਿੱਧੂ ਨੂੰ ਸਭ ਨੇ ਚੇਤੇ ਕੀਤਾ। ਜਿਹੜੀ ਥਾਂ ਦੇ ਉੱਤੇ ਦੀਪ ਸਿੱਧੂ ਦੇ ਨਾਲ ਹਾਦਸਾ ਵਾਪਰਿਆ ਸੀ ਉਸ ਥਾਂ ਦੇ ਉੱਤੇ ਜਾ ਕੇ ਵੀ ਕੱਲ ਫੋਟੋ ਦੇ ਉੱਤੇ ਹਾਰ ਪਾਏ ਗਏ ਆ ਜਿਹੜੀ ਥਾਂ ਤੇ ਉੱਤੇ KMP ਦੇ ਕੋਲੇ ਹਾਦਸਾ ਵਾਪਰਿਆ ਸੀਗਾ ਰਾਤ ਦੇ ਵੇਲੇ। ਸੋ ਕੱਲ ਸੇਜਲ ਅੱਖਾਂ ਦੇ ਨਾਲ ਉਹਨੂੰ ਚੇਤੇ ਕੀਤਾ ਗਿਆ। ਤੇ ਦੀਪ ਸਿੱਧੂ ਦੇ ਨਾਲ ਕੋਈ ਵਿਚਾਰਾਂ ਨਾਲ ਸਹਿਮਤ ਅਸਹਿਮਤ ਹੋ ਸਕਦਾ, ਪਰ ਗੱਲ ਇਹ ਵੀ ਉਹਦੇ ਜਾਣ ਤੋਂ ਬਾਅਦ ਸੱਚੀ ਮੁੱਚੀ ਸਭ ਨੂੰ ਬਹੁਤ ਵੱਡਾ ਝਟਕਾ ਲੱਗਾ ਸੀ। ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ ਸਾਹਿਬ। ਜੋ ਕੁਝ ਵੀ ਹੋਇਆ ਸੀ ਇਹ ਬਹੁਤ ਮਾੜਾ ਵਾਪਰਿਆ ਸੀ, ਪਰ ਖੈਰ ਅੱਗੇ ਵਧਦੇ ਹਾਂ। ਹੁਣ ਹੋਰ ਖਬਰਾਂ ਦੀ ਗੱਲ ਕਰਦੇ ਹਾਂ ਜੀ। ਮਨੀਸ਼ਾ ਗੁਲਾਟੀ ਦਾ ਨਾਂ ਇਸ ਵੇਲੇ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ। ਕਹਿੰਦੇ ਮਨੀਸ਼ਾ ਗੁਲਾਟੀ ਨੂੰ ਰਾਹਤ ਮਿਲ ਗਈ ਹੈ ਔਰ ਮਹਿਲਾ ਕਮਿਸ਼ਨ ਦੀ ਚੇਅਰਮੈਨ ਬਣੀ ਰਹੇਗੀ। ਹਾਂ ਬਿਲਕੁਲ ਜੀ, ਮਨੀਸ਼ਾ ਗੁਲਾਟੀ ਕਾਂਗਰਸ ਦੇ ਰਾਜ ਦੇ ਵਿੱਚ ਥਾਪੀ ਗਈ ਸੀ ਕਿਉਂਕਿ ਇਹਨਾਂ ਨੂੰ ਔਰਤਾਂ ਦੇ ਮਸਲਿਆਂ ਦੇ ਹੱਲ ਵਾਸਤੇ, ਜ਼ਿਆਦਤੀਆਂ ਨੂੰ ਰੋਕਣ ਵਾਸਤੇ ਮਹਿਲਾ ਕਮਿਸ਼ਨ ਦਾ ਕੰਮ ਵੀ ਵੈਸੇ ਇਹੀ ਹੁੰਦਾ ਤੇ ਇਹਨਾਂ ਨੂੰ ਥਾਪਿਆ ਗਿਆ ਸੀ। ਪਰ ਸਮੇਂ ਦੇ ਉੱਤੇ ਇਹ ਆਪਣੀਆਂ ਕਈ ਗਤੀਵਿਧੀਆਂ ਦੇ ਕਰਕੇ ਚਰਚਾ ਦੇ ਵਿੱਚ ਵੀ ਰਹੇ। ਫਿਰ ਜਦੋਂ ਸਰਕਾਰ ਹੁਣ ਨਵੀਂ ਆਈ ਆ ਤਾਂ ਉਹਨਾਂ ਦੇ ਵੱਲੋਂ ਇਹਨਾਂ ਨੂੰ ਲਾ ਦਿੱਤਾ ਗਿਆ ਸੀ ਕਿਉਂਕਿ ਜਿਹੜੀ ਐਕਸਟੈਂਸ਼ਨ ਸੀ ਇਹਨਾਂ ਦੇ ਅਹੁਦੇ ਦੀ, ਉਹਨਾਂ ਨੇ ਕਿਹਾ ਸੀ ਕਿ ਇਸ ਐਕਸਟੈਂਸ਼ਨ ਦੀ ਕੋਈ ਤੁਕ ਨਹੀਂ ਬਣਦੀ। ਮਨੀਸ਼ਾ ਗੁਲਾਟੀ ਨੇ ਜਾ ਕੇ ਤੇ ਹਾਈਕੋਰਟ ਦਾ ਦਰਵਾਜ਼ਾ ਖੜਕਾਤਾ ਤੇ ਹਾਈਕੋਰਟ ਤੋਂ ਇਹਨਾਂ ਨੂੰ ਰਾਹਤ ਮਿਲੀ ਆ। ਤੇ ਉਧਰੋਂ ਪੰਜਾਬ ਦੀ ਸਰਕਾਰ ਨੇ ਵੀ ਪੈਰ ਆਪਦੇ ਪਿੱਛੇ ਖਿੱਚ ਲਿਆ। ਮਤਲਬ ਇਹ ਆ ਕਿ ਹੁਣ ਇਹ ਜਿੰਨੀ ਦੇਰ ਤੱਕ ਐਕਸਟੈਂਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲਾਗੂ ਕੀਤੀ ਸੀ ਉਹਨਾਂ ਚਿਰ ਇਹ ਆਪਣੇ ਅਹੁਦੇ ਤੇ ਬਿਰਾਜਮਾਨ ਰਹਿਣਗੇ। ਤੇ ਮੇਰਾ ਖਿਆਲ ਆ ਵੀ ਮਾਰਚ 2024 ਤੱਕ ਦੇ ਲਈ ਇਹ ਐਕਸਟੈਂਸ਼ਨ ਸੀ
ਤੇ ਬਾਕੀ ਦੇਖੋ ਜੀ ਹੁਣ ਕਿਵੇਂ ਕੰਮ ਕਰਦੇ ਆ, ਸਰਕਾਰ ਦੇ ਨਾਲ ਕਿਵੇਂ ਇਹਨਾਂ ਦਾ ਕਰੂਰਾ ਮੇਲ ਖਾਂਦਾ, ਕੀ ਹੁੰਦਾ, ਕੀ ਨਹੀਂ ਹੁੰਦਾ, ਪਰ ਇੱਕ ਵਾਰ ਇਹਨਾਂ ਨੂੰ ਰਾਹਤ ਜ਼ਰੂਰ ਮਿਲ ਗਈ ਆ। ਜੀ ਬਿਲਕੁਲ ਸਹੀ ਸਰ। ਇਹ ਰਾਹਤ ਮਿਲਣ ਦੇ ਨਾਲ ਵੈਸੇ ਜਿਹੜਾ ਕੱਦ ਹੈ ਮਨੀਸ਼ਾ ਗੁਲਾਟੀ ਹੋਰਾਂ ਦਾ ਉੱਚਾ ਹੋਏਗਾ ਜਾਂ ਕੀ ਗੱਲਬਾਤ ਸਾਹਮਣੇ ਆਈ ਹੈ? ਦੇਖੋ ਗੱਲ ਹੈ ਜੀ, ਕੱਦ ਤਾਂ ਹੋਣਾ ਕੰਮ ਦੇ ਨਾਲ ਉੱਚਾ, ਤੇ ਕੱਦ ਕੱਲੀ ਇਸ ਗੱਲ ਦੇ ਨਾਲ ਇਹਨਾਂ ਨੇ ਕਿਹੜਾ ਚੋਣ ਲੜਨੀ ਹੈ ਜਾਂ ਕੋਈ ਚੋਣ ਲੜਨ ਦਾ ਕੋਈ ਰਾਏ ਬਣੀ ਹੋਣੀ ਹੈ। ਪਰ ਗੱਲ ਵੀ ਜੇ ਤਾਂ ਕਰਨਗੇ ਕੰਮ, ਤੇ ਕੰਮ ਕਰਨਗੇ ਸੁਲੱਖਣੇ, ਤੇ ਕੋਈ ਵੱਡੀਆਂ ਜਿਹੜੀਆਂ ਉਹ ਖਬਰਾਂ ਸਾਹਮਣੇ ਆਉਣਗੀਆਂ ਕੰਮ ਦੇ ਮੁਤਲਕ, ਤੇ ਫਿਰ ਤਾਂ ਕੱਦ ਉੱਚਾ ਹੀ ਉੱਚਾ। ਪਰ ਜੇ ਮੰਨ ਲਓ ਰਾਜਨੀਤਿਕ ਰੰਗਣ ਜਿਹਦੇ ਵਿੱਚ ਰੰਗੇ ਗਏ, ਤੇ ਫਿਰ ਕੱਦ ਨੀਵਾਂ ਹੀ ਹੋਊਗਾ, ਕਿਉਂਕਿ ਇਹ ਜਿਹੜਾ ਅਹੁਦਾ, ਇਹ ਜਿਹੜਾ ਰੁਤਬਾ, ਇਹ ਹੈਗਾ ਜੀ ਸਿਰਫ ਕੰਮ ਭਾਲਦਾ। ਤੁਸੀਂ ਲੋਕਾਂ ਦਾ ਵਿਗੜਿਆ ਹੋਇਆ ਮਸਲਾ ਹੱਲ ਕਿਵੇਂ ਕਰਦੇ ਹੋ, ਤੁਸੀਂ ਨਿਰਪੱਖਤਾ ਦੀ ਗੱਲ ਕਿਵੇਂ ਕਰਦੇ ਹੋ, ਤੁਸੀਂ ਕਿਹਦਾ ਮਸਲਾ ਹੱਲ ਕਰਦੇ ਹੋ, ਕਿੰਨੀ ਦੇਰ 'ਚ ਕਰਦੇ ਹੋ, ਦੋਵੇਂ ਧਿਰਾਂ ਨੂੰ ਸੰਤੁਸ਼ਟ ਕਰਕੇ ਕਿਵੇਂ ਕਰਦੇ ਹੋ, ਇਹਨਾਂ ਦਾ ਕੱਦ ਉਸ ਗੱਲ ਦੇ ਉੱਤੇ ਨਿਰਭਰ ਕਰਦਾ ਜੀ। ਜੀ ਬਿਲਕੁਲ ਸਹੀ ਸਰ। ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਪੁਲਿਸ ਦਰਮਿਆਨ ਝੜਪਾਂ ਹੋਈਆਂ ਨੇ ਔਰ ਕਈ ਜ਼ਖਮੀ ਹੋਏ ਨੇ। ਕਿੱਥੋਂ ਦੀ ਖਬਰ ਹੈ ਜੀ? ਇਹ ਜੀ ਰੋਹਤਕ ਦੇ ਵੱਲੋਂ ਖਬਰ ਆਈ ਹੈ। ਹਰਿਆਣੇ ਦੇ ਵਿੱਚ ਲੰਘੇ ਕੱਲ ਆਮ ਆਦਮੀ ਪਾਰਟੀ ਦੇ ਕਾਰਕੁਨ ਆ ਜਿਹੜੇ ਉਹ ਇਕੱਠੇ ਹੋਏ। ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਰਾਜਪਾਲ ਹਾਊਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਵੜਨ ਤੋਂ ਰੋਕਿਆ ਗਿਆ। ਪੁਲਿਸ ਨੇ ਬੈਰੀਕੇਡ ਲਾਏ ਸੀ, ਇਹਨਾਂ ਨੂੰ ਵੜਨ ਨਹੀਂ ਦਿੱਤਾ ਗਿਆ। ਇਹ ਬੈਰੀਕੇਡ ਤੋੜ ਕੇ ਅੱਗੇ ਆਉਣਾ ਚਾਹੁੰਦੇ ਸੀ, ਤੇ ਉੱਥੇ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ ਹੈ ਤੇ ਕਈ ਲੋਕਾਂ ਦੇ ਸੱਟਾਂ ਵੀ ਲੱਗੀਆਂ। ਅਸਲ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੇ ਵਰਕਰ ਆ ਜਿਹੜੇ ਹਰਿਆਣੇ ਵਾਲੇ, ਤੇ ਇਹਨਾਂ ਨੇ ਇਸ ਗੱਲ ਕਰਕੇ ਵਿਰੋਧਤਾ ਕੀਤੀ ਆ ਵੀ ਜੋ ਹਰਿਆਣੇ ਦਾ ਕੈਬਨਿਟ ਮੰਤਰੀ ਸੰਦੀਪ ਸਿੰਘ ਆ, ਤੇ ਇਹਨੂੰ ਕਿਉਂ ਨਹੀਂ ਅਹੁਦੇ ਤੋਂ ਲਾਇਆ ਜਾਂਦਾ, ਇਹਨੂੰ ਕਿਉਂ ਨਹੀਂ ਪੁਲਿਸ ਗ੍ਰਿਫਤਾਰ ਕਰਦੀ, ਇਹਨੂੰ ਸਿੱਖਾਂ ਦੇ ਪਿੱਛੇ ਕਿਉਂ ਨਹੀਂ ਕੀਤਾ ਜਾਂਦਾ, ਕਿਉਂਕਿ ਇਹਦੇ ਉੱਤੇ ਇੱਕ ਔਰਤ ਕੋਚ ਦੇ ਵੱਲੋਂ, ਜੂਨੀਅਰ ਕੋਚ ਦੇ ਵੱਲੋਂ ਦੋਸ਼ ਲਾਏ ਗਏ ਆ ਕਿ ਭਾਈ ਇਹਨੇ ਮੇਰੀ ਪੱਤ ਦੇ ਨਾਲ ਖਿਲਵਾੜ ਕਰਨਾ ਚਾਹਿਆ, ਤੇ ਇਹਦੇ ਵੱਲੋਂ ਮੇਰੇ ਨਾਲ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੇ ਇਹ ਮੇਰੇ ਨਾਲ ਸਮਝੌਤੇ ਦੀ ਗੱਲ ਕਰਦਾ ਸੀ। ਮੈਨੂੰ ਖੱਜਲ ਕੀਤਾ ਗਿਆ। ਤੇ ਸੰਦੀਪ ਸਿੰਘ ਦੇ ਕੋਲੇ ਪਹਿਲਾਂ ਖੇਡ ਮਹਿਕਮਾ ਵੀ ਸੀ, ਪਰ ਜਦੋਂ ਦੋਸ਼ ਲੱਗੇ ਉਹਨੇ ਖੇਡ ਮਹਿਕਮੇ ਤੋਂ ਅਸਤੀਫਾ ਦਿੱਤਾ। ਹੁਣ ਉਹਦੇ ਕੋਲੇ ਪ੍ਰਿੰਟਿੰਗ ਤੇ ਸਟੇਸ਼ਨਰੀ ਮਹਿਕਮਾ, ਪਰ ਇਹ ਚਾਹਿਆ ਜਾ ਰਿਹਾ ਜੀ ਕਿ ਇਹਦੇ ਕੋਲੋਂ ਇਹ ਵੀ ਮਹਿਕਮਾ ਖੋਇਆ ਜਾਵੇ, ਪ੍ਰਿੰਟਿੰਗ ਤੇ ਸਟੇਸ਼ਨਰੀ। ਇਹਦੇ ਉੱਤੇ ਪਰਚਾ ਤਾਂ ਦਰਜ ਹੈਗਾ ਹੀ, ਇਹਨੂੰ ਗ੍ਰਿਫਤਾਰ ਕਰਕੇ ਤੇ ਇਹਨੂੰ ਅੰਦਰ ਕੀਤਾ ਜਾਵੇ। ਜਦ ਕਿ ਹਰਿਆਣੇ ਦੀ ਸਰਕਾਰ ਇਹ ਗੱਲ ਕਹਿ ਚੁੱਕੀ ਹੈ ਕਿ ਪੁਲਿਸ ਆਪਣੇ ਤਰੀਕੇ ਨਾਲ ਪੜਤਾਲ ਕਰ ਰਹੀ ਹੈ। ਜੇ ਕੋਈ ਸੱਚਾਈ ਹੋਈ ਇਹਨਾਂ ਦੋਸ਼ਾਂ ਦੇ ਵਿੱਚ ਤਾਂ ਫਿਰ ਵੇਖਾਂਗੇ ਵੀ ਭਾਈ ਕੀ ਕਰਨਾ, ਪਰ ਫਿਲਹਾਲ ਤਾਂ ਪੜਤਾਲ ਆ। ਦੋਸ਼ ਲੱਗਣ ਦੇ ਨਾਲ ਦੋਸ਼ੀ ਕੋਈ ਸਾਬਤ ਨਹੀਂ ਹੋ ਜਾਂਦਾ। ਇਹ ਗੱਲ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਕਹੀ ਸੀ, ਪਰ ਜਿਹੜੀਆਂ ਉੱਥੋਂ ਦੀਆਂ ਕੁਝ ਖਾਸ ਪੰਚਾਇਤਾਂ ਤੇ ਖਾਸ ਕਰਕੇ ਆਮ ਆਦਮੀ ਪਾਰਟੀ, ਉਹ ਵਿਰੋਧਤਾ ਕਰ ਰਹੀਆਂ। ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਵਿਰੋਧਤਾ ਦਾ ਕਾਰਨ ਇਹ ਵੀ ਆ ਵੀ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਤੇ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਹਰਿਆਣੇ ਦੇ ਵਿੱਚ ਸਰਗਰਮੀ ਵਧਾਉਣਾ ਚਾਹੁੰਦੀ ਹੈ, ਤੇ ਉਹ ਫਿਰ ਇਸ ਤਰੀਕੇ ਨਾਲ ਵੀ ਹੁਣ ਸਰਗਰਮੀ ਵਧਾਉਣਾ ਚਾਹੁੰਦੀ ਹੈ। ਪਰ ਇੱਕ ਗੱਲ ਜ਼ਰੂਰ ਸੋਚਣ ਵਾਲੀ ਆ, ਕੱਲ ਉਹ ਰਾਜਪਾਲ ਦਫ਼ਤਰ ਵੱਲ, ਰਾਜਪਾਲ ਹਾਊਸ ਵੱਲ ਜਾਣਾ ਚਾਹੁੰਦੇ ਸੀ, ਤੇ ਦੂਜੇ ਪਾਸੇ ਇਹੀ ਗੱਲ ਕਹਿੰਦੇ ਵੀ ਰਾਜਪਾਲ ਦੀ ਨਿਯੁਕਤੀ ਕਿਹੜਾ ਸਹੀ ਤਰੀਕੇ ਨਾਲ ਹੁੰਦੀ ਹੈ। ਜਿਹੜੇ ਰਾਜਪਾਲ ਦੀ ਨਿਯੁਕਤੀ ਸਹੀ ਤਰੀਕੇ ਨਾਲ ਨਹੀਂ ਹੁੰਦੀ, ਜਿਹੜੇ ਰਾਜਪਾਲ ਦੀ ਜਿਹੜੀ ਨਿਯੁਕਤੀ ਨੂੰ ਅਸੀਂ ਚੁਣੌਤੀ ਦਿੰਦੇ ਆ, ਕੱਲ ਉਹ ਉਹਨਾਂ ਵੱਲ ਹੀ ਜਾਣਾ ਚਾਹੁੰਦੇ ਸੀ। ਜੀ ਬਿਲਕੁਲ ਸਹੀ ਕਿਹਾ। ਖੈਰ ਉਧਰ ਸਰ ਕੇਂਦਰ ਨੇ ਕਹਿੰਦੇ ਪੰਜਾਬ ਨੂੰ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ ਜੀ, 546 ਕਰੋੜ ਰੁਪਏ ਰੋਕ ਲਏ ਨੇ। ਹਾਂ ਬਿਲਕੁਲ ਜੀ, ਆਪਾਂ ਅੱਗੇ ਵੀ ਗੱਲ ਕਰਦੇ ਸੀ ਵੀ ਜਿਸ ਤਰੀਕੇ ਨਾਲ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਦਰਮਿਆਨ ਤਣਾਤਣੀ ਵਾਲਾ ਮਾਹੌਲ ਆ, ਕਿਤੇ ਇਹ ਨਾ ਹੋਵੇ ਵੀ ਪੰਜਾਬ ਦਾ ਆਉਂਦੇ ਸਮੇਂ ਦੇ ਵਿੱਚ ਕੋਈ ਆਰਥਿਕ ਨੁਕਸਾਨ ਹੋਵੇ। ਮੈਨੂੰ ਨਹੀਂ ਪਤਾ ਵੀ ਜਿਹੜਾ ਇਹ ਰੋਕਿਆ ਗਿਆ ਪੈਸਾ ਜਾਂ ਰੋਕੇ ਜਾਣ ਦੀ ਖਬਰ ਆਈ ਆ, ਇਹ ਸੱਚੀ ਮੁੱਚੀ ਇਸੇ ਗੱਲ ਕਰਕੇ ਹੀ ਆ ਜਾਂ ਕੋਈ ਹੋਰ ਕਾਰਨ ਆ। ਪਰ ਇਹ ਗੱਲ ਪੱਕੀ ਆ ਵੀ ਆਉਂਦੇ ਸਮੇਂ ਦੇ ਵਿੱਚ ਜੇਕਰ ਇਹ ਸਬੰਧ ਆਪਸ ਦੇ ਵਿੱਚ ਨਹੀਂ ਸਾਜ਼ਗਾਰ ਹੁੰਦੇ, ਤਾਂ ਹੋਰ ਵੀ ਅੜਿੱਕੇ ਪੈਦਾ ਹੋਣਗੇ, ਤਾਂ ਹੋਰ ਵੀ ਦੋਵਾਂ ਧਿਰਾਂ ਦਰਮਿਆਨ ਆ ਜਿਹੜੀ ਉਹ ਖਟਾਸ ਪੈਦਾ ਹੋਊਗੀ, ਤੇ ਉਹਦੇ ਨਾਲ ਸੂਬੇ ਦੇ ਆਮ ਲੋਕਾਂ ਦੇ ਉੱਤੇ ਕੋਈ ਨਾ ਕੋਈ ਤਾਂ ਅਸਰ ਪਊਗਾ ਹੀ। ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਹੈਗੀ ਹੈ ਵੀ ਜਿਸ ਤਰੀਕੇ ਦੇ ਨਾਲ ਹੁਣ ਕੇਂਦਰ ਦੀ ਸਰਕਾਰ ਦੇ ਸਿਹਤ ਮਹਿਕਮੇ ਦੇ ਵਧੀਕ ਸਕੱਤਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਪੰਜਾਬ ਦੀ ਸਰਕਾਰ ਨੂੰ ਪੈਸੇ ਭੇਜੇ ਸੀਗੇ ਸਿਹਤ ਕੇਂਦਰਾਂ ਦੇ ਲਈ। ਇਹਨਾਂ ਨੇ ਸਿਹਤ ਕੇਂਦਰਾਂ ਦੇ ਉੱਤੇ ਪੈਸੇ ਖਰਚ ਕਰਨ ਦੀ ਥਾਂ ਦੇ ਉੱਤੇ ਮੁਹੱਲਾ ਕਲੀਨਿਕ ਬਣਾਤੇ। ਮੁਹੱਲਾ ਕਲੀਨਿਕ ਬਣਾਉਣ ਦੀ ਤਾਂ ਆਗਿਆ ਹੀ ਨਹੀਂ ਸੀਗੀ, ਇਹਨਾਂ ਨੇ ਆਪਦੀ ਮਸ਼ਹੂਰੀ ਦੇ ਵਾਸਤੇ ਸਾਰਾ ਕੁਝ ਕਰਤਾ। ਤੇ ਉਹਨਾਂ ਨੇ ਕਿਹਾ ਜੀ ਕਿ ਇਹ ਬੜੀ ਮਾੜੀ ਗੱਲ ਹੈ। ਤੇ ਜਿਹੜੇ ਮੇਰੇ ਖਿਆਲ 546 ਕਿ 547 ਕਰੋੜ ਰੁਪਈਆ ਹੋਰ ਸੀ, ਉਹ ਕਹਿੰਦੇ ਜੀ ਕਿ ਫਿਰ ਅਸੀਂ ਇਹ ਰੋਕ ਲਿਆ, ਕਿਉਂਕਿ ਉਹਨਾਂ ਨੇ ਕਿਹਾ ਜੀ ਕਿ 60-40 ਦੀ ਰੇਸ਼ੋ ਦੇ ਮੁਤਾਬਕ ਕੰਮ ਹੁੰਦਾ। 60% ਪੈਸਾ ਕੇਂਦਰ ਦੀ ਸਰਕਾਰ ਪਾਉਂਦੀ ਹੈ, 40% ਪੈਸਾ ਸੂਬੇ ਦੀ ਸਰਕਾਰ ਨੂੰ ਪਾਉਣਾ ਪੈਂਦਾ, ਤੇ ਸਿਹਤ ਕੇਂਦਰਾਂ ਦੀ ਬਿਹਤਰੀ ਵਾਸਤੇ ਉੱਥੇ ਕੰਮ ਚੱਲਦੇ ਰਹਿਣ ਇਹਦੇ ਵਾਸਤੇ ਰਕਮ ਹੁੰਦੀ ਹੈ। ਪਹਿਲੀ ਕਿਸ਼ਤ ਨੂੰ ਜਿਹੜੀ 300 ਕਰੋੜ ਰੁਪਏ ਤੋਂ ਵੱਧ ਦੀ ਸੀ, ਤੇ ਉਹਨੂੰ ਮੁਹੱਲਾ ਕਲੀਨਿਕਾਂ ਵਾਸਤੇ ਵਰਤ ਲਿਆ ਗਿਆ। ਉਹਨਾਂ ਨੇ ਕਿਹਾ ਜੀ ਕਿ ਇਸ ਕਰਕੇ ਅਸੀਂ ਅਗਲੀ ਕਿਸ਼ਤ ਨੂੰ ਰੋਕ ਲਿਆ।
ਸੋ ਇਸ ਤਰੀਕੇ ਦੇ ਹਾਲਾਤ ਆ। ਹੁਣ ਵਿਰੋਧੀ ਪਾਰਟੀਆਂ ਕਈ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਵੀ ਭਾਈ ਇਸ ਤਰੀਕੇ ਦੇ ਨਾਲ ਤਾਂ ਪੰਜਾਬ ਦੇ ਕੰਮ ਰੁਕ ਜਾਣਗੇ। ਆਪਾਂ ਵੀ ਇਹ ਗੱਲ ਕਹਿੰਦੇ ਸੀ ਵੀ ਭਾਈ ਜੇਕਰ ਇਹ ਲਗਾਤਾਰਤਾ ਦੇ ਵਿੱਚ ਗੱਲ ਰਹੀ, ਜੇਕਰ ਇਸੇ ਤਰੀਕੇ ਦੇ ਨਾਲ ਹਾਲਾਤ ਰਹੇ ਤਾਂ ਬਹੁਤ ਨੁਕਸਾਨ ਹੋ ਸਕਦਾ। ਤੇ ਬਾਕੀ ਦੇਖਦੇ ਆ ਭਾਈ ਕੀ ਬਣਦਾ ਹੁਣ। ਜੀ ਬਿਲਕੁਲ। ਪਰ ਸਰ ਰਾਜਾ ਵੜਿੰਗ ਹੋਰਾਂ ਦਾ ਬੜਾ ਹਾਸੋਹੀਣਾ ਜਿਹਾ ਬਿਆਨ ਸਾਹਮਣੇ ਆਇਆ। ਉਹ ਕਹਿੰਦੇ ਮੈਂ ਰਾਜਪਾਲ ਤੇ ਮੁੱਖ ਮੰਤਰੀ ਸਾਹਿਬ 'ਚ ਰਾਜ਼ੀਨਾਮਾ ਕਰਵਾ ਦੇਣਾ। ਹਾਂ ਬਿਲਕੁਲ ਜੀ, ਦੇਖੋ ਗੱਲ ਇਹ ਵੀ ਰਾਜ਼ੀਨਾਮਾ ਉਦੋਂ ਹੁੰਦਾ ਜਦੋਂ ਦੋਵੇਂ ਧਿਰਾਂ ਰਜ਼ਾਮੰਦ ਹੋਣ ਰਾਜ਼ੀਨਾਮੇ ਲਈ। ਕੋਈ ਧੱਕੇ ਦੇ ਨਾਲ ਤਾਂ ਇਹ ਗੱਲ ਕਹਿ ਨਹੀਂ ਸਕਦੇ ਵੀ ਭਾਈ ਤੁਹਾਡੀ ਕਿਸੇ ਨਾਲ ਲੜਾਈ ਹੋਈ ਹੋਵੇ। ਇੱਕ ਬੰਦਾ ਪਹਿਲਾਂ ਤੁਹਾਡੇ ਕੋਲੇ ਆਵੇ ਕਹੇ ਜੀ ਮੈਂ ਰਾਜ਼ੀਨਾਮਾ ਕਰਾਵਾਂ, ਤੁਸੀਂ ਕਹੋ ਨਾ। ਫਿਰ ਦੂਜੇ ਕੋਲੇ ਜਾਵੇ ਕਹੇ ਰਾਜ਼ੀਨਾਮਾ ਕਰਾਵਾਂ, ਉਹ ਕਹੇ ਨਾ। ਦੋਵੇਂ ਧਿਰਾਂ ਰਜ਼ਾਮੰਦ ਹੋਣ ਤਾਂ ਰਾਜ਼ੀਨਾਮਾ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਤੇ ਜਿਹੜਾ ਵਿਚਕਾਰਲਾ ਰਾਜ਼ੀਨਾਮਾ ਕਰਾਉਣ ਵਾਲਾ ਹੁੰਦਾ ਉਹਨੇ ਦੋਵੇਂ ਧਿਰਾਂ ਦਾ ਮਾਣ ਰੱਖਣਾ ਹੁੰਦਾ, ਇਹ ਵੀ ਗੱਲ ਆ। ਪਰ ਇੱਥੇ ਤਾਂ ਦੋਵੇਂ ਧਿਰਾਂ ਰਾਜ਼ੀਨਾਮਾ ਕਰਨਾ ਹੀ ਨਹੀਂ ਚਾਹੁੰਦੀਆਂ। ਰਾਜਪਾਲ ਹੋਰੀ ਇਹ ਗੱਲ ਕਹਿੰਦੇ ਜੀ ਕਿ ਮੈਂ ਜਿਹੜੀ ਐਕਟ 167 ਦੇ ਤਹਿਤ ਸਾਰਾ ਕੁਝ ਪੁੱਛਣ ਦੇ ਲਈ ਜਵਾਬਦੇਹ ਹਾਂ, ਪੁੱਛ ਸਕਦਾ। ਸੂਬੇ ਦੀ ਸਰਕਾਰ ਜਵਾਬਦੇਹ ਹੈਗੀ ਦੱਸਣ ਦੇ ਲਈ। ਪਰ ਸੂਬੇ ਦੀ ਸਰਕਾਰ ਇਹ ਗੱਲ ਕਹਿੰਦੀ ਕਿ ਅਸੀਂ ਇਹ ਪੰਜਾਬ ਦੇ ਲੋਕਾਂ ਦੇ ਲਈ ਜਵਾਬਦੇਹ ਹਾਂ। ਤੇ ਰਾਜਪਾਲ ਦੀ ਨਿਯੁਕਤੀ ਦੇ ਉੱਤੇ ਵੀ ਸਵਾਲ ਖੜੇ ਉਹਨਾਂ ਨੇ ਕੀਤੇ ਆ। ਪਰ ਰਾਜਾ ਵੜਿੰਗ ਨੇ ਇਸੇ ਦਰਮਿਆਨ ਇੱਕ ਬਿਆਨ ਦਿੱਤਾ, ਮੀਡੀਆ ਦੇ ਮੂਹਰੇ ਆਏ ਆ। ਉਹਨਾਂ ਨੇ ਕਿਹਾ ਜੀ ਕਿ ਦੋਵੇਂ ਧਿਰਾਂ ਦੀ ਆਪਸ ਦੇ ਵਿੱਚ ਤਣਾਤਣੀ ਦੇ ਕਰਕੇ ਸੂਬੇ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਣ ਦੀ ਸੰਭਾਵਨਾ। ਉਹਨਾਂ ਨੇ ਕਿਹਾ ਜੀ ਕਿ ਇਹ ਨੁਕਸਾਨ ਨਾ ਹੋਵੇ, ਇਸ ਕਰਕੇ ਮੈਂ ਤਾਂ ਸੂਬੇ ਦੇ ਨੁਕਸਾਨ ਨੂੰ ਬਚਾਉਣ ਦੇ ਲਈ ਤੇ ਦੋਵੇਂ ਧਿਰਾਂ ਦੀ ਪੈਰੀਂ ਹੱਥ ਲਾਉਣ ਨੂੰ ਤਿਆਰ ਆ। ਉਹਨੇ ਇਹ ਗੱਲ ਕਹੀ ਹੈ ਕਿ ਮੈਂ ਤਾਂ ਰਾਜਪਾਲ ਦੇ ਵੀ ਪੈਰੀਂ ਪੱਗ ਰੱਖਣ ਨੂੰ ਤਿਆਰ ਹਾਂ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੀ ਪੈਰੀਂ ਪੱਗ ਰੱਖਣ ਨੂੰ ਤਿਆਰ ਹਾਂ। ਉਹਨੇ ਇਹ ਗੱਲ ਕਹੀ ਹੈ ਕਿ ਮੈਂ ਤਾਂ ਦੋਵਾਂ ਦੇ ਮੂਹਰੇ ਹੱਥ ਜੋੜ ਕੇ ਮਿਹਨਤ ਕਰਕੇ ਇਹ ਗੱਲ ਕਹੂੰਗਾ ਵੀ ਭਾਈ ਪੰਜਾਬ ਦੇ ਬਾਰੇ ਸੋਚੋ। ਉਹਨਾਂ ਨੇ ਕਿਹਾ ਜੀ ਕਿ ਰਾਜ਼ੀਨਾਮਾ ਮੈਂ ਕਰਵਾ ਦਿੰਦਾ, ਬਸ ਦੋਵੇਂ ਧਿਰਾਂ ਮਨ ਬਣਾ ਲੈਣ। ਸੋ ਉਹਨਾਂ ਨੇ ਆਪਣੀ ਗੱਲ ਕਹੀ ਹੈ, ਨਾਲੇ ਆਪਦੀ ਫਿਕਰਮੰਦੀ ਜ਼ਾਹਰ ਕੀਤੀ ਹੈ, ਨਾਲੇ ਆਪਦੀ ਆਰ ਲਾਈ ਹੈ, ਤੇ ਨਾਲੇ ਇਹ ਗੱਲ ਕਹੀ ਹੈ ਜੀ ਕਿ ਮੇਰੇ ਵਿੱਚ ਸਮਰੱਥਾ ਹੈ ਕਿ ਮੈਂ ਏਦਾਂ ਕਰ ਸਕਦਾ। ਪਰ ਹੋ ਸਕਦਾ ਕੱਲ ਨੂੰ ਕੋਈ ਸੱਤਾਧਾਰੀ ਧਿਰ ਦਾ ਬੰਦਾ ਇਹ ਕਵੇ ਵੀ ਪਹਿਲਾਂ ਜਿਹੜੇ ਕਾਂਗਰਸੀ ਆਪਸ ਦੇ ਵਿੱਚ ਲੜੀ ਜਾਂਦੇ ਉਹਨਾਂ ਨਾਲ ਰਾਜ਼ੀਨਾਮਾ ਕਰਵਾ ਲਓ, ਜਿਹੜੇ ਛੱਡ ਬਾਹਰ ਜਾਈ ਜਾਂਦੇ ਉਹਨਾਂ ਨਾਲ ਰਾਜ਼ੀਨਾਮਾ ਕਰਵਾ ਲਓ। ਪਰ ਇਹ ਹੈ ਜੀ ਕਿ ਰਾਜਾ ਵੜਿੰਗ ਹੋਰੀ ਤੇ ਕਾਂਗਰਸ ਪਾਰਟੀ ਆ ਜਿਹੜੀ, ਉਹ ਵੀ ਇਸ ਵੇਲੇ ਮੌਕੇ ਤੇ ਬੈਠੀ ਹੈ ਵੀ ਭਾਈ ਵੇਂਦੇ ਆ ਵੀ ਭਾਈ ਉਹ ਕਰਦੇ ਕੀ ਆ, ਕੇਂਦਰ ਵਾਲੇ ਪੰਜਾਬ ਦੀ ਚੂੜੀ ਟਾਈਟ ਕਰਦੇ ਕਿ ਨਹੀਂ, ਪੰਜਾਬ ਦਾ ਕੋਈ ਫਾਇਦਾ ਕਰਦੇ ਕਿ ਨਹੀਂ। ਕਿਉਂਕਿ ਜੇਕਰ ਕੁਝ ਵੀ ਹੁੰਦਾ ਤਾਂ ਸੱਤਾਧਾਰੀ ਧਿਰ ਦੇ ਉੱਤੇ ਸਵਾਲ ਆਊਗਾ। ਸੱਤਾਧਾਰੀ ਧਿਰ ਦੀ ਵਿਰੋਧਤਾ ਕਰਨ ਵਾਸਤੇ ਕਾਂਗਰਸ ਪਾਰਟੀ ਹੈਗੀ ਆ। ਸੋ ਇਸ ਤਰੀਕੇ ਦਾ ਹਾਲੇ ਤੱਕ ਕਈ ਤਰ੍ਹਾਂ ਦਾ ਮਿਸ਼ਰਣ ਜਿਹਾ ਸਾਹਮਣੇ ਆਊਗਾ, ਜਿਹਦੇ ਬਾਰੇ ਆਪਾਂ ਹਾਲੇ ਤੱਕ ਬਹੁਤ ਕੁਝ ਜਾਣਦੇ ਨਹੀਂ। ਪਰ ਇੱਕ ਗੱਲ ਹੋਰ ਆ ਵੀ ਜਿਸ ਤਰੀਕੇ ਨਾਲ ਰਾਜਪਾਲ ਦੇ ਨਾਲ ਖੜਕੀ ਆਪਣੀ, ਤੇ ਜਿਹੜਾ ਬਜਟ ਸੈਸ਼ਨ ਸ਼ੁਰੂ ਹੋਣਾ ਸ਼ਾਇਦ ਉਹ ਅਗਲੇ ਮਹੀਨੇ ਦੇ ਵਿੱਚ ਹੋਵੇ, ਮਾਰਚ ਜਾਂ ਅਗਲੇ ਦਿਨਾਂ ਦੇ ਵਿੱਚ ਹੋਵੇ। ਤੇ ਉਹ ਮੈਨੂੰ ਲੱਗਦਾ ਜੀ ਕਿ ਇੱਕ ਹੋਰ ਰੌਲਾ ਪੈ ਸਕਦਾ ਇਸ ਥਾਂ ਦੇ ਉੱਤੇ ਆ ਕੇ। ਉਹ ਇਸ ਤਰੀਕੇ ਦੇ ਨਾਲ ਹੈ ਜੀ ਕਿ ਜਿਹੜਾ ਬਜਟ ਸੈਸ਼ਨ ਹੁੰਦਾ ਉਹ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੁੰਦਾ। ਰਾਜਪਾਲ ਦਾ ਭਾਸ਼ਣ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਚਿੱਠਾ ਹੁੰਦਾ। ਸੂਬੇ ਦੀ ਸਰਕਾਰ ਨੇ ਜੋ ਲਿਖ ਕੇ ਦਿੱਤਾ ਉਹ ਰਾਜਪਾਲ ਨੇ ਪੇਸ਼ ਕਰਨਾ ਹੁੰਦਾ। ਜੇ ਰਾਜਪਾਲ ਨੇ ਇਹ ਗੱਲ ਕਹਿਤੀ ਵੀ ਤੁਹਾਡਾ ਲਿਖਿਆ ਹੋਇਆ ਭਾਸ਼ਣ ਤਾਂ ਵੀ ਮੈਂ ਪੜ੍ਹਨਾ ਨਹੀਂ, ਤੇ ਮੈਂ ਤਾਂ ਜੋ ਆਪਣੇ ਅੱਖੀਂ ਦੇਖਿਆ ਜਾਂ ਜੋ ਮੇਰੇ ਕੋਲੇ ਪ੍ਰਭਾਵ ਆ ਮੈਂ ਤਾਂ ਉਹ ਬਿਆਨ ਦਰਜ ਕਰਨੇ ਆ, ਉਹ ਦੱਸਣਾ ਮੈਂ। ਤੇ ਮੈਂ ਉਹਨਾਂ ਨੇ ਕਹਿਣਾ ਜੀ ਕਿ ਸਰਹੱਦੀ ਖੇਤਰ ਦੇ ਵਿੱਚ ਜਾ ਕੇ ਪਿੰਡਾਂ 'ਚ ਖੁਦ ਦੇਖਿਆ, ਉੱਥੇ ਨਸ਼ਿਆਂ ਦੇ ਪੀੜਤ ਲੋਕਾਂ ਨੇ ਮੇਰੇ ਕੋਲੇ ਜੋ ਬੋਲਿਆ ਮੈਂ ਤਾਂ ਉਹ ਹਾਲਾਤ ਬਿਆਨ ਕਰਨੇ ਆ। ਤੇ ਫਿਰ ਰੌਲਾ ਪਊਗਾ। ਜਾਂ ਤਾਂ ਫਿਰ ਇਹ ਹੋ ਸਕਦਾ ਵੀ ਜਿਹੜਾ ਬਜਟ ਸੈਸ਼ਨ ਆਊਗਾ ਤੇ ਉਹਦੇ ਵਿੱਚ ਰਾਜਪਾਲ ਦਾ ਭਾਸ਼ਣ ਹੀ ਨਾ ਹੋਊਗਾ, ਤੇ ਜਾਂ ਫਿਰ ਉਦੋਂ ਤੱਕ ਬਣਾ ਕੇ ਚੱਲਣਾ ਪਊਗਾ, ਤੇ ਜਾਂ ਫਿਰ ਰਾਜਪਾਲ ਨੇ ਜੇਕਰ ਸੱਚਾਈ ਆਪਦੇ ਤਰੀਕੇ ਨਾਲ ਬੋਲਤੀ ਤਾਂ ਫਿਰ ਰੌਲਾ ਪਊਗਾ। ਸੋ ਉਹਦੇ ਸਮੇਂ ਦੇ ਵਿੱਚ ਕਾਫੀ ਕੁਝ ਹੋਣ ਦੀ ਸੰਭਾਵਨਾ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਉਧਰ ਬੋਨੀ ਅਜਨਾਲਾ ਹੋਰੀ ਕਹਿੰਦੇ ਆਪਣੇ ਸਮੇਂ 2 MLA ਹੋਰ ਨੇ ਤੇ ਉਹ ਬੀਜੇਪੀ 'ਚ ਸ਼ਾਮਲ ਹੋ ਗਏ। ਦੇਖੋ ਉਹਨਾਂ ਨੇ ਹੋ ਹੀ ਜਾਣਾ ਸੀ ਜੀ। ਬੋਨੀ ਅਜਨਾਲਾ ਜਾਂ ਹੋਰ ਜਿਹੜੇ ਵੀ ਅਕਾਲੀ ਦਲ ਦੇ ਵਿੱਚ ਹੈਗੇ ਨੇ ਜਾਂ ਕਾਂਗਰਸ ਦੇ ਵਿੱਚ ਹੈਗੇ ਨੇ, ਉਹ ਜੇਕਰ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਗੇ ਤਾਂ ਉਹ ਲੈ ਦੇ ਕੇ ਬਸ ਇੱਧਰ ਹੀ ਜਾਣਗੇ, ਹੋਰ ਕਿਸੇ ਪਾਸੇ ਨਹੀਂ। ਕਿਉਂਕਿ ਮੈਨੂੰ ਪਤਾ ਵੀ ਇਸ ਗੱਲ ਦਾ ਵੀ ਉਹਨਾਂ ਦੇ ਕੋਲੇ ਕੋਈ ਹੋਰ ਰਾਹ ਹੈ ਨਹੀਂਗਾ। ਜਾਂ ਤਾਂ ਕੋਈ ਹੋਰ ਹੋਵੇ ਤੇ ਫੇਰ ਤਾਂ ਕੁਝ ਹੈ, ਪਰ ਉਹਨਾਂ ਦੇ ਕੋਲੇ ਤਾਂ ਰਾਹ ਹੀ ਨਹੀਂ ਬਾਕੀ ਬਚਿਆ। ਕਿਉਂਕਿ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਵੀ ਅਸਲ ਦੇ ਵਿੱਚ ਜਿਹੜਾ ਬੋਨੀ ਅਜਨਾਲਾ ਹੋ ਰਹੀਆਂ ਉਹ ਗੁੱਸੇ ਤਾਂ ਕਿਉਂਕਿ ਉਹਨਾਂ ਦੀ ਪਾਰਟੀ ਦੀ ਪੁੱਛਗਿੱਛ ਹੈ ਨਹੀਂ, ਤੇ ਪਾਰਟੀ ਦੀ ਪੁੱਛਗਿੱਛ ਚਲੋ ਪੂਰੇ ਪੰਜਾਬ 'ਚ ਹੈ ਨਹੀਂ, ਤੇ ਪਾਰਟੀ ਉਹਨਾਂ ਦੀ ਉਹਨਾਂ ਦੇ ਹਲਕੇ ਦੇ ਵਿੱਚ ਵੀ ਪੁੱਛਗਿੱਛ ਨਹੀਂ ਕਰਦੀ। ਇਸ ਕਰਕੇ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹੀ ਹੈ ਤੇ ਬਿਕਰਮ ਸਿੰਘ ਮਜੀਠੀਆ ਨੇ ਇਹਨਾਂ ਦੇ ਹਲਕੇ ਦੇ ਵਿੱਚ ਆਪਣੀ ਪਸੰਦ ਵਾਲਾ ਇੰਚਾਰਜ ਲਾਤਾ, ਇਹਨਾਂ ਦਾ ਖਿਆਲ ਨਹੀਂ ਕੀਤਾ। ਸੋ ਇਸ ਕਰਕੇ ਇਹਨਾਂ ਨੇ ਪਾਰਟੀ ਛੱਡ ਹੀ ਦੇਣੀ ਸੀ। ਤੇ ਇਹਨਾਂ ਨੇ ਪਾਰਟੀ ਛੱਡਣ ਵੇਲੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਕਹੀਆਂ। ਉਹ ਕਹਿੰਦੇ ਜੀ ਕਿ ਪਾਰਟੀ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਹੈਗਾ, ਪਾਰਟੀ ਸਿਧਾਂਤਾਂ ਤੋਂ ਥੜਕ ਗਈ ਹੈ, ਪਾਰਟੀ ਦੇ ਕਈ ਵਰਕਰ ਨਸ਼ਾ ਵੇਚਣ ਦਾ ਕੰਮ ਕਰਦੇ, ਇਹਨਾਂ ਨੇ ਕਈ ਤਰ੍ਹਾਂ ਦੇ ਦੋਸ਼ ਵੀ ਲਾਏ ਆ। ਪਰ ਹੁਣ ਇਹ ਲੰਘੇ ਕੱਲ ਬੀਜੇਪੀ 'ਚ ਸ਼ਾਮਲ ਹੋ ਗਏ ਆ, ਇਹ ਵੀ ਸ਼ਾਮਲ ਹੋ ਗਏ ਆ। ਤੇ ਇਹਨਾਂ ਦੇ ਨਾਲ ਪਤਾ ਲੱਗਾ ਜੀ ਕਿ ਇੱਕ ਹੋਰ ਸਾਬਕਾ ਵਿਧਾਇਕ ਮਨਮੋਹਨ ਸਿੰਘ ਉਹ ਵੀ ਸ਼ਾਮਲ ਹੋ ਗਏ ਆ, ਤੇ ਅਸ਼ਵਨੀ ਸ਼ਰਮਾ ਤੇ ਗਜੇਂਦਰ ਸਿੰਘ ਸ਼ੇਖਾਵਤ
ਇਹਨਾਂ ਦੋਹਾਂ ਦੀ ਹਾਜ਼ਰੀ ਦੇ ਵਿੱਚ ਇਹ ਸ਼ਾਮਲ ਹੋਏ ਆ। ਇਹਨਾਂ ਨੇ ਇਹ ਗੱਲ ਕਹੀ ਆ ਵੀ ਸਭ ਕੁਝ ਬੀਜੇਪੀ ਦੇ ਹੱਥ ਦੇ ਵਿੱਚ ਹੈ ਤੇ ਠੀਕ ਹੋ ਸਕਦਾ ਪੰਜਾਬ ਦਾ, ਬੀਜੇਪੀ ਹੀ ਪੰਜਾਬ ਦਾ ਭਵਿੱਖ ਆ। ਤੇ ਇਹ ਵੀ ਪਤਾ ਲੱਗਾ, ਮੈਂ ਤਾਂ ਕੱਲ ਖਬਰ ਪੜ੍ਹ ਕੇ ਹੈਰਾਨ ਹੋਇਆ ਵੀ ਜਿਹੜੇ ਸਮਰਥਕ ਇਹਨਾਂ ਨੇ ਲੱਡੂ ਵੰਡੇ ਆ ਤੇ ਭੰਗੜੇ ਪਾਏ ਆ ਵੀ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆਉਣੀ ਆਉਂਦੇ ਸਮੇਂ 'ਚ ਬੱਲੇ ਬੱਲੇ ਹੋ ਜਾਣੀ ਆ। ਅੱਛਾ ਜੀ। ਖੈਰ ਉਧਰ ਸਨੀ ਦਿਓਲ ਹੋਰਾਂ ਦੇ ਖਿਲਾਫ ਕਹਿੰਦੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ। ਹਾਂ ਬਿਲਕੁਲ ਜੀ, ਇਹ ਬੜੀ ਮਹੱਤਵਪੂਰਨ ਗੱਲ ਆ ਤੇ ਨੁਕਤਾ ਬੜਾ ਸੋਹਣਾ ਚੱਕਿਆ ਜਿਹੜੇ ਮੁੰਡੇ ਨੇ ਚੱਕਿਆ। ਮੇਰੇ ਖਿਆਲ ਉਹਦਾ ਨਾਂ ਅਮਨਪ੍ਰੀਤ ਆ। ਉਹਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਇਸ ਵੇਲੇ ਜ਼ਰੂਰਤ ਇਸ ਗੱਲ ਦੀ ਆ ਕਿ ਸਨੀ ਦਿਓਲ ਵਰਗੇ ਬੰਦਿਆਂ ਤੋਂ ਬਚਿਆ ਜਾਵੇ ਤੇ ਇਹਨਾਂ ਨੂੰ ਪਰਖਿਆ ਜਾਵੇ। ਅਸੀਂ ਦੇਸ਼ ਦੇ ਲੋਕ ਆ ਜਿਹੜੇ ਉਹ ਵੋਟਾਂ ਪਾਉਣ ਲੱਗੇ ਕਤਾਰ ਦੇ ਵਿੱਚ ਖੜ ਜਾਂਦੇ ਆ ਵੀ ਭਾਈ ਆਹ ਦੇਖੋ ਜੀ ਕਮਾਲ ਕਰਤੀ, ਐਂ ਕਰਤੀ, ਉਹ ਕਰਤੀ, ਜਦ ਕਿ ਜ਼ਰੂਰਤ ਇਸ ਵਕਤ ਇਸ ਗੱਲ ਦੀ ਉਹ ਕਹਿੰਦੇ ਵੀ ਅਸੀਂ ਸਹੀ ਨੂੰ ਗਲਤ ਨੂੰ ਪਰਖੀਏ। ਇਹਨਾਂ ਨੇ ਪਤਾ ਲੱਗਾ ਜੀ ਕਿ ਲੰਘੇ ਕੱਲ ਅਮਰਪ੍ਰੀਤ ਸਿੰਘ ਨੇ ਚਿੱਠੀ ਲਿਖੀ ਹੈ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ। ਉਹਦੇ ਵਿੱਚ ਇਹ ਗੱਲ ਕਹੀ ਹੈ ਵੀ ਸਨੀ ਦਿਓਲ ਦੇ ਕੋਲੇ ਆਪਣੇ ਹਲਕੇ ਦੇ ਵਿੱਚ ਆਉਣ ਦਾ ਵਕਤ ਹੈ ਨਹੀਂ, ਸਨੀ ਦਿਓਲ ਦੇ ਕੋਲੇ ਲੋਕ ਸਭਾ ਦੇ ਵਿੱਚ ਪਹੁੰਚਣ ਦਾ ਵਕਤ ਹੈ ਨਹੀਂ। ਜਦੋਂ ਉਹਦੇ ਕੋਲੇ ਵਕਤ ਹੀ ਹੈ ਨਹੀਂ, ਫਿਰ ਉਹਨੂੰ ਤਨਖਾਹਾਂ ਕਿਹੜੀ ਗੱਲ ਦੀਆਂ, ਫਿਰ ਉਹਨੂੰ ਭੱਤੇ ਕਿਹੜੀ ਗੱਲ ਦੇ, ਫਿਰ ਉਹਨੂੰ ਸਿਕਿਉਰਿਟੀ ਕਿਹੜੀ ਗੱਲ ਦੀ, ਫਿਰ ਉਹਨੂੰ ਸਰਕਾਰੀ ਕੋਠੀ ਕਿਹੜੀ ਗੱਲ ਦੀ। ਵੀ ਇਹਦੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਸ ਲੈ ਲੈਣੀਆਂ ਚਾਹੀਦੀਆਂ, ਕਿਉਂਕਿ ਇਸ ਬੰਦੇ ਕੋਲੇ ਵਕਤ ਹੀ ਹੈ ਨਹੀਂ ਤੇ ਇਸ ਬੰਦੇ ਨੂੰ ਇਹ ਚੀਜ਼ਾਂ ਬਿਲਕੁਲ ਨਹੀਂ ਮਿਲਣੀਆਂ ਚਾਹੀਦੀਆਂ। ਉਹਨਾਂ ਨੇ ਆਹ ਗੱਲਾਂ ਕਹੀਆਂ। ਸੋ ਗੱਲ ਇਹ ਹੈ ਜੀ ਅਸਲ ਦੇ ਵਿੱਚ ਕਿ ਚਾਹੀਦਾ ਇਹ ਆ ਵੀ ਜੇਕਰ ਬੰਦੇ ਦੇ ਕੋਲੇ ਵਕਤ ਹੈ ਨਹੀਂ ਤਾਂ ਉਹ ਆਪ ਹੀ ਮੰਨੇ, ਆਪ ਹੀ ਸ਼ਰਮਿੰਦਗੀ ਮੰਨੇ ਵੀ ਭਾਈ ਮੈਂ ਲੋਕਾਂ ਦੇ ਉੱਤੇ ਬੋਝ ਕਿਹੜੀ ਗੱਲੋਂ ਬਣਿਆ, ਤੇ ਉਹਨੂੰ ਸਾਰਾ ਕੁਝ ਆਪ ਹੀ ਛੱਡ ਦੇਣਾ ਚਾਹੀਦਾ। ਪਰ ਮੈਨੂੰ ਲੱਗਦਾ ਬਈ ਕਿਹਨੇ ਛੱਡਣਾ, ਕੋਈ ਇੱਥੇ 5000 ਰੁਪਇਆ ਨਹੀਂ ਛੱਡ ਕੇ ਰਾਜ਼ੀ, ਕੋਈ 500 ਰੁਪਇਆ ਨਹੀਂ ਛੱਡ ਕੇ ਰਾਜ਼ੀ। ਸਨੀ ਦਿਓਲ ਵਰਗੇ ਲੋਕ ਜਿਹੜੇ ਕਿ ਆਪਦੀਆਂ ਫਿਲਮਾਂ ਦੇ ਲਈ, ਆਪਣੇ ਕਾਰੋਬਾਰ ਦੇ ਲਈ ਫਿਕਰਮੰਦ ਆ, ਉਹ ਹਲਕੇ ਦੇ ਲਈ ਜਾਂ ਦੇਸ਼ ਦੇ ਲੋਕਾਂ ਦੇ ਪੈਸੇ ਦੇ ਲਈ ਫਿਕਰਮੰਦ ਕਿਵੇਂ ਹੋਣਗੇ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਖੈਰ ਇੱਕ ਬੜੀ ਅਜੀਬ ਦੀ ਖਬਰ ਸਾਹਮਣੇ ਆਈ ਹੈ ਸਰ, ਕਹਿੰਦੇ ਆਨਲਾਈਨ ਘਰ ਵਾਲੀ ਲੱਭੀ ਤੇ ਉਹ 5000 ਕਾਰਾਂ ਦੀ ਚੋਰ ਨਿਕਲੀ ਹੈ। ਹਾਂ ਬਿਲਕੁਲ ਜੀ, ਇਹ ਬਹੁਤ ਵੱਡੀ ਜਾਣਕਾਰੀ ਆ ਜਿਹੜੀ ਕਿ ਸਾਰੇ ਹੀ ਸਰੋਤਿਆਂ ਦੇ ਲਈ, ਪਰਿਵਾਰਕ ਮੈਂਬਰਾਂ ਦੇ ਲਈ ਇਹ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਆ, ਕਿਉਂਕਿ ਅੱਜ ਕੱਲ੍ਹ ਰਿਸ਼ਤੇ ਇਸ ਰੂਪ ਦੇ ਵਿੱਚ ਵੀ ਹੁੰਦੇ ਆ। ਅੱਗੇ ਵਿਚੋਲੇ ਵਾਲੀ ਗੱਲ ਸੀ, ਅੱਜ ਕੱਲ੍ਹ ਵਿਚੋਲੇ ਵਾਲੀਆਂ ਗੱਲਾਂ ਦੇ ਵਿੱਚ ਯਕੀਨ ਘਟ ਰਿਹਾ। ਅੱਜ ਕੱਲ੍ਹ ਲੋਕ ਆਪਣੇ ਤਰੀਕੇ ਦੇ ਨਾਲ ਵਿਚਰਦੇ ਆ, ਲੋਕ ਸੋਸ਼ਲ ਮੀਡੀਆ ਦੇ ਉੱਤੇ ਇਸ਼ਕੀਆ ਵਿਆਹ ਕਰਵਾ ਲੈਂਦੇ ਆ, ਕੋਈ ਕਿਵੇਂ ਕਰਵਾਉਂਦਾ। ਪਰ ਅੱਜ ਕੱਲ੍ਹ ਤਾਂ ਆਪਾਂ ਜਾਣਦੇ ਕਿ ਮੈਟਰੀਮੋਨੀਅਲ ਸਾਈਟਸ ਤੋਂ ਵੀ ਰਿਸ਼ਤੇ ਲੱਭ ਕੇ ਤੇ ਵਿਆਹ ਕਰਵਾਏ ਜਾਂਦੇ, ਵਿਆਹ ਕੀਤੇ ਜਾਂਦੇ ਆ। ਇਵੇਂ ਹੀ ਗੁਜਰਾਤ ਦੇ ਇੱਕ ਮੁੰਡੇ ਨੇ ਤੇ ਸੋਸ਼ਲ ਸਾਈਟ ਦੇ ਉੱਤੇ ਕੁੜੀ ਲੱਭਣ ਦੇ ਬਾਰੇ ਲਿਖਿਆ ਸੀ ਤੇ ਕੁੜੀ ਇੱਕ ਰੀਤਾ ਦਾਸ ਤੇ ਉਹਨੂੰ ਮਿਲ ਗਈ ਤੇ ਉਹਨਾਂ ਨੇ ਦੋਵਾਂ ਨੇ ਇੱਕ ਦੂਜੇ ਨਾਲ ਗੱਲ ਕਰਨੀ ਸ਼ੁਰੂ ਕਰਤੀ। ਕੁੜੀ ਕਹਿੰਦੀ ਵੀ ਮੇਰਾ ਪਹਿਲਾਂ ਤਲਾਕ ਹੋਇਆ ਤੇ ਉਹ ਮੁੰਡਾ ਕਹਿੰਦਾ ਜੀ ਕਿ ਮੈਨੂੰ ਤੂੰ ਫਿਰ ਆਪਣਾ ਸਰਟੀਫਿਕੇਟ ਦਿਖਾ ਦੇ। ਉਹ ਕਹਿੰਦੀ ਜੀ ਮੇਰਾ ਪੰਚਾਇਤੀ ਤੌਰ ਦੇ ਉੱਤੇ ਤਲਾਕ ਹੋਇਆ, ਮੇਰਾ ਕੋਈ ਕਚਹਿਰੀ ਦੇ ਵਿੱਚ ਨਹੀਂ ਹੋਇਆ ਤੇ ਮੈਂ ਉਦਾਂ ਬਿਲਕੁਲ ਘਰ ਸੰਭਾਲਣ ਵਾਲੀ ਆ, ਜੋ ਵੀ ਉਹਨੇ ਗੱਲਾਂ ਕਹੀਆਂ ਹੋਣੀਆਂ। ਤੇ ਲਓ ਜੀ ਦੋਵੇਂ ਗੱਲਬਾਤ ਕਰਨ ਲੱਗ ਗਏ ਤੇ ਫਿਰ ਦੋਵਾਂ ਦਾ ਵਿਆਹ ਹੋ ਗਿਆ। 6 ਮਹੀਨੇ ਹੋ ਗਏ ਸੀ ਵਿਆਹ ਹੋਏ ਨੂੰ, ਠੀਕ ਚੱਲਦਾ ਸੀ। ਇੱਕ ਦਿਨ ਉਹ ਕਹਿੰਦੀ ਜੀ ਮੈਨੂੰ ਨਾ ਗੁਹਾਟੀ ਜਾਣਾ ਪੈਣਾ, ਸਾਡੀ ਨਾ ਜ਼ਮੀਨ ਦਾ ਰੌਲਾ ਹੈਗਾ। ਉਹ ਚਲੀ ਗਈ। ਲਓ ਜੀ 2-3 ਦਿਨ ਤਾਂ ਗੱਲ ਕਰਦੀ ਰਹੀ ਤੇ ਫਿਰ ਉਹਨੇ ਫੋਨ ਚੱਕਣਾ ਬੰਦ ਕਰਤਾ। ਘਰ ਵਾਲਾ ਪਰੇਸ਼ਾਨ ਵੀ ਕੀ ਨੇ ਕਾਹਤੋਂ ਫੋਨ ਚੱਕਣਾ ਬੰਦ ਕਰਤਾ। ਲਓ ਜੀ ਇੱਕ ਦਿਨ ਘਰ ਵਾਲੇ ਨੇ ਫੋਨ ਕੀਤਾ ਤਾਂ ਪੁਲਿਸ ਨੇ ਚੱਕਿਆ। ਪੁਲਿਸ ਵਾਲੇ ਕਹਿੰਦੇ ਵੀ ਇਹਨੂੰ ਤਾਂ ਹਿਰਾਸਤ ਦੇ ਵਿੱਚ ਲਿਆ ਹੋਇਆ। ਘਰ ਵਾਲੇ ਨੇ ਘਰ ਵਾਲੀ ਦੇ ਖਾਤੇ 'ਚ ਲੱਖ ਰੁਪਈਆ ਪਾਤਾ ਵੀ ਕਿਤੇ ਇਹ ਨਾ ਹੋਵੇ ਵੀ ਉਹ ਜ਼ਮੀਨ ਦੇ ਮਾਮਲੇ 'ਚ ਹਿਰਾਸਤ 'ਚ ਲਈ ਹੋਵੇ, ਕੋਈ ਪੁਲਿਸ ਨੂੰ ਦੇਣੇ ਹੋਣ ਪੈਸੇ ਜਾਂ ਕੋਈ ਹੋਰ ਕੰਮ ਹੋਵੇ। ਉਹਨੇ ਫੋਨ ਫੇਰ ਚੱਕਣਾ ਬੰਦ ਕਰਤਾ। ਉਹਨੇ ਦੋਵੇਂ ਨੰਬਰ ਸੀ ਜਿਹੜੇ ਉਹਦੇ ਬਲੌਕ ਕਰਤੇ। ਫਿਰ ਉਸ ਤੋਂ ਬਾਅਦ ਉਹ ਆਪ ਗੁਹਾਟੀ ਦੇ ਵਿੱਚ ਗਿਆ ਤਾਂ ਉਹਨੂੰ ਉੱਥੇ ਪੁਲਿਸ ਨੇ ਦੱਸਿਆ ਵੀ ਇਹ ਰੀਤਾ ਦਾਸ ਨਹੀਂ ਹੈਗੀ, ਇਹ ਤਾਂ ਰੀਤਾ ਚੌਹਾਨ। ਇਹ ਆਪਣੇ ਪਹਿਲੇ ਪਤੀ ਦੇ ਨਾਲ ਮਿਲ ਕੇ 5000 ਕਾਰਾਂ ਚੋਰੀ ਕਰਨ ਦੀ ਦੋਸ਼ੀ ਆ। 5000 ਕਾਰਾਂ। ਇਹਦੇ ਘਰ ਵਾਲੇ ਦੇ ਉੱਤੇ ਪਹਿਲੇ ਦੇ ਉੱਤੇ ਕਤਲ ਦੇ ਦੋਸ਼ ਆ, ਉਹ ਜੇਲ੍ਹ ਦੇ ਵਿੱਚ ਆ। ਇਹਦੇ ਵੱਲੋਂ ਬਹੁਤ ਕਾਰਾਂ ਚੋਰੀ ਕੀਤੀਆਂ ਗਈਆਂ ਤੇ ਇਹ ਦੋਵੇਂ ਆ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਜਿਹੜੇ ਆ ਉਹ ਫਸੇ ਹੋਏ ਆ। ਇਹ ਘਰ ਵਾਲੀ ਉਹਦੀ ਸਹਿ ਦੋਸ਼ੀ ਹੈਗੀ ਆ, ਸਹਾਇਕ ਦੋਸ਼ੀ ਆ। ਸੋ ਇਸ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਸ ਬੰਦੇ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਆਹ ਮੇਰੇ ਨਾਲ ਕੀ ਹੋਇਆ। ਮਤਲਬ ਇਹ ਆ ਵੀ ਹੁਣ ਚਲੋ ਪਤਾ ਲੱਗ ਗਿਆ ਉਹਨੂੰ 6 ਮਹੀਨਿਆਂ ਬਾਅਦ। ਪਰ ਬਹੁਤ ਸਾਰੇ ਲੋਕ ਵਿਆਹ ਅੱਜ ਕੱਲ੍ਹ ਇਵੇਂ ਵੀ ਕਰਵਾਉਂਦੇ ਆ, ਆਨਲਾਈਨ ਸਾਈਟ ਦੇ ਉੱਤੇ ਲੱਭ ਲੈਂਦੇ ਆ। ਕੋਈ ਕੁੜੀ ਮੁੰਡਾ ਲੱਭ ਲੈਂਦੀ, ਮੁੰਡੇ ਵਾਲੇ ਕੁੜੀ ਲੱਭ ਲੈਂਦੇ ਆ। ਪਰ ਸਾਨੂੰ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਵੀ ਇਹ ਕੌਣ ਆ। ਇਹ ਰੀਤਾ ਦਾਸ ਨਹੀਂ ਸੀ, ਇਹਦਾ ਨਾਂ ਹੈਗਾ ਰੀਤਾ ਚੌਹਾਨ। ਤੇ ਗੂਗਲ ਦੇ ਉੱਤੇ ਉਹਨੇ ਸਰਚ ਕਰਕੇ ਦੇਖਿਆ ਤੇ ਉੱਥੋਂ ਵੀ ਸਾਰੀ ਜਾਣਕਾਰੀ ਲੱਭ ਗਈ ਆ। ਸੋ ਜਿਹੜੀ ਅਸੀਂ ਪੜਤਾਲ ਬਾਅਦ ਦੇ ਵਿੱਚ ਕਰਦੇ ਹਾਂ, ਜੇ ਉਹ ਵੇਲਾ ਰਹਿੰਦਿਆਂ ਪਹਿਲਾਂ ਪੜਤਾਲ ਕੀਤੀ ਜਾਵੇ
ਤਾਂ ਸ਼ਾਇਦ ਉਹਦਾ ਚੰਗਾ ਨਤੀਜਾ ਵੀ ਹੋਵੇ। ਸੋ ਇਹੋ ਜਿਹੀ ਠੱਗੀ ਕਿਸੇ ਹੋਰ ਨਾਲ ਨਾ ਵੱਜੇ, ਇਦਾਂ ਕਿਸੇ ਦਾ ਹੋਰ ਭਵਿੱਖ ਬਰਬਾਦ ਨਾ ਹੋਵੇ, ਇਹਦੇ ਕਰਕੇ ਭਾਈ ਚੌਕਸ ਰਹਿਣਾ ਚਾਹੀਦਾ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਖੈਰ ਅੱਜ ਦੇ ਲਈ ਸਰ ਇੰਨਾ ਹੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ। ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ।